ਰਾਤ ਨੂੰ ਮੇਰੇ ਜੇਠ ਦੇ ਕਮਰੇ ਵਿੱਚੋਂ ਚੀਕਾਂ ਦੀ ਆਵਾਜ਼ ਆਉਂਦੀ ਸੀ। ਮੇਰੀ ਜੇਠਾਣੀ ਤਾਂ ਕਦੋਂ ਦੀ ਮਰ ਚੁੱਕੀ ਸੀ। ਜੇਠ ਦਾ ਰਾਜ਼ ਜਾਣਨ ਲਈ ਇੱਕ ਰਾਤ ਮੈਂ ਉਹਨਾਂ ਦੇ ਕਮਰੇ ਵਿੱਚ ਛੁਪ ਗਈ। ਫਿਰ ਜੇਠ ਨੇ ਜੋ ਕੀਤਾ ਉਹ ਦੇਖ ਕੇ ਮੈਂ ਤਾਂ ਕੰਬ ਗਈ। ਮੈਂ ਪਹਿਲੀ ਵਾਰ ਜਦੋਂ ਚੀਕਾਂ ਦੀ ਆਵਾਜ਼ ਸੁਣੀ ਤਾਂ ਪੂਰੀ ਤਰ੍ਹਾਂ ਘਬਰਾ ਗਈ ਸੀ। ਮੈਂ ਗਹਿਰੀ ਨੀਂਦ ਤੋਂ ਹੜਬੜਾ ਕੇ ਉੱਠੀ। ਚੀਕਣ ਚਲਾਉਣ ਦੀ ਆਵਾਜ਼ ਸਾਰੇ ਘਰ ਵਿੱਚ ਗੂੰਜ ਰਹੀ ਸੀ। ਉਸ ਸਮੇਂ ਚਾਰੇ ਪਾਸੇ ਸੰਨਾਟਾ ਸੀ। ਰਾਤ ਦਾ 1 ਵੱਜਿਆ ਹੋਇਆ ਸੀ। ਮੈਂ ਹੈਰਾਨ ਸੀ ਕਿ ਮੇਰੇ ਨਾਲ ਪਏ ਪਤੀ ਪ੍ਰਦੀਪ ਅਜੇ ਵੀ ਗਹਿਰੀ ਨੀਂਦ ਵਿੱਚ ਸੁੱਤੇ ਹੋਏ ਸਨ। ਇੰਨੇ ਸ਼ੋਰ ਵਿੱਚ ਨੀਂਦ ਕਿਵੇਂ ਆ ਜਾ ਸਕਦੀ ਸੀ? ਕੱਲ੍ਹ ਹੀ ਤਾਂ ਅਜੇ ਮੈਂ ਵਿਆਹ ਕਰਕੇ ਇਸ ਘਰ ਵਿੱਚ ਆਈ ਸੀ। ਮੇਰਾ ਵਿਆਹ ਬਹੁਤ ਧੂਮਧਾਮ ਨਾਲ ਪ੍ਰਦੀਪ ਨਾਲ ਹੋਇਆ ਸੀ। ਬਹੁਤ ਅਮੀਰ ਖਾਨਦਾਨ ਸੀ। ਮੇਰੇ ਸੱਸ ਸਹੁਰਾ ਪਹਿਲਾਂ ਹੀ ਮਰ ਚੁੱਕੇ ਸਨ। ਮੇਰਾ ਜੇਠ ਬਹੁਤ ਦੇਖ ਰੇਖ ਵਾਲਾ ਇਨਸਾਨ ਸੀ। ਮੈਂ ਉਹਨਾਂ ਦੇ ਵਿਵਹਾਰ ਨੂੰ ਚੰਗੀ ਤਰ੍ਹਾਂ ਜਾਣਦੀ ਸੀ। ਮੇਰਾ ਤੇ ਪ੍ਰਦੀਪ ਦਾ ਵਿਆਹ ਸਾਡੀ ਦੋਨਾਂ ਦੀ ਮਰਜ਼ੀ ਨਾਲ ਹੋਇਆ ਸੀ। ਪਰ ਅੱਜ ਵੀ ਰਾਤ ਨੂੰ ਆਵਾਜ਼ਾਂ ਆ ਰਹੀਆਂ ਸਨ। ਮੈਂ ਹੈਰਾਨ ਸੀ ਕਿ ਮੇਰੇ ਪਤੀ ਇੰਨੇ ਸ਼ੋਰ ਵਿੱਚ ਕਿਵੇਂ ਸੌਂ ਸਕਦੇ ਹਨ। ਪਰ ਕੁਝ ਦੇਰ ਬਾਅਦ ਆਵਾਜ਼ ਆਉਣੀ ਬੰਦ ਹੋ ਗਈ। ਮੇਰੀ ਨੀਂਦ ਪੂਰੀ ਤਰ੍ਹਾਂ ਗਾਇਬ ਹੋ ਚੁੱਕੀ ਸੀ। ਮੇਰਾ ਦਿਮਾਗ ਬਾਰ-ਬਾਰ ਉਹਨਾਂ ਆਵਾਜ਼ਾਂ ਬਾਰੇ ਸੋਚ ਰਿਹਾ ਸੀ। ਕੌਣ ਸੀ ਉਹ? ਕਿਉਂ ਚੀਖ ਰਹੀ ਸੀ? ਘਰ ਬਹੁਤ ਵੱਡਾ ਬਣਿਆ ਹੋਇਆ ਸੀ। ਬਹੁਤ ਸਾਰੇ ਕਮਰੇ ਬਣੇ ਹੋਏ ਸਨ। ਮੈਂ ਸ਼ਹਿਰ ਦੀ ਕੁੜੀ ਸੀ। ਮੇਰਾ ਸਸੁਰਾਲ ਪਿੰਡ ਵਿੱਚ ਸੀ। ਮੈਨੂੰ ਪਿੰਡ ਦੇ ਪਹਿਰਾਵੇ ਤੇ ਰਹਿਣ ਸਹਿਣ ਤੋਂ ਘੁਟਨ ਮਹਿਸੂਸ ਹੋਣ ਲੱਗੀ ਸੀ। ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਨੂੰ ਸ਼ਹਿਰ ਲੈ ਚੱਲੋ। ਮੇਰਾ ਪਤੀ ਮੇਰੀ ਗੱਲ ਸੁਣ ਕੇ ਗਹਿਰੀ ਸੋਚ ਵਿੱਚ ਪੈ ਗਿਆ ਤੇ ਕਹਿਣ ਲੱਗਿਆ ਕਿ ਇਹ ਹਜੇ ਮੁਮਕਿਨ ਨਹੀਂ ਹੈ। ਵੱਡਾ ਭਰਾ ਬੁਰਾ ਮਨਾਵੇਗਾ। ਫਿਰ ਮੈਂ ਸੌਂ ਗਈ। ਪਰ ਰਾਤ ਨੂੰ ਉਸੇ ਸ਼ੋਰ ਨਾਲ ਮੇਰੀ ਅੱਖ ਖੁੱਲ੍ਹ ਗਈ, ਜਿਵੇਂ ਕੋਈ ਕੁੜੀ ਮਦਦ ਲਈ ਪੁਕਾਰ ਰਹੀ ਹੋਵੇ। ਮੈਂ ਤੁਰੰਤ ਉੱਠ ਕੇ ਬੈਠ ਗਈ ਤੇ ਆਪਣੇ ਪਤੀ ਨੂੰ ਜਗਾਇਆ ਤੇ ਕਿਹਾ ਕਿ ਇਹ ਆਵਾਜ਼ ਕਿਸ ਦੀ ਹੈ। ਮੇਰੀ ਗੱਲ 'ਤੇ ਪ੍ਰਦੀਪ ਨਜ਼ਰਾਂ ਚੁਰਾਉਣ ਲੱਗਿਆ। ਕਿਹੜੀਆਂ ਆਵਾਜ਼ਾਂ? ਮੈਨੂੰ ਤਾਂ ਕੋਈ ਆਵਾਜ਼ ਨਹੀਂ ਆ ਰਹੀ। ਉਸ ਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਨੂੰ ਤਾਂ ਸਾਫ਼ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ। ਪ੍ਰਦੀਪ ਕਹਿਣ ਲੱਗਿਆ ਕਿ ਮੈਨੂੰ ਪਰੇਸ਼ਾਨ ਨਾ ਕਰ, ਮੈਨੂੰ ਨੀਂਦ ਆ ਰਹੀ ਹੈ। ਇਹ ਕਹਿ ਕੇ ਉਹ ਫਿਰ ਸੌਂ ਗਿਆ। ਪਰ ਮੇਰਾ ਡਰ ਦੇ ਮਾਰੇ ਬੁਰਾ ਹਾਲ ਸੀ ਕਿ ਇਹ ਆਵਾਜ਼ ਸਿਰਫ ਮੈਨੂੰ ਹੀ ਸੁਣਾਈ ਦੇ ਰਹੀ ਸੀ। ਮੈਂ ਇਸ ਘਰ ਵਿੱਚ ਹੁਣ ਇੱਕ ਦਿਨ ਵੀ ਨਹੀਂ ਰੁਕਣਾ ਚਾਹੁੰਦੀ ਸੀ। ਅਗਲੀ ਸਵੇਰ ਹੀ ਮੈਂ ਪ੍ਰਦੀਪ ਨਾਲ ਸ਼ਹਿਰ ਜਾਣ ਦੀ ਜ਼ਿੱਦ ਕਰਨ ਲੱਗੀ। ਮੈਂ ਕਿਹਾ, ਮੈਨੂੰ ਸ਼ਹਿਰ ਲੈ ਚੱਲੋ। ਮੈਨੂੰ ਇੱਥੇ ਡਰ ਲੱਗਦਾ ਹੈ। ਮੈਨੂੰ ਕੁੜੀ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ, ਜਿਵੇਂ ਕੋਈ ਕੁੜੀ ਮਦਦ ਲਈ ਪੁਕਾਰ ਰਹੀ ਹੋਵੇ। ਮੈਂ ਇੱਥੇ ਨਹੀਂ ਰਹਿ ਸਕਦੀ। ਪਰ ਪ੍ਰਦੀਪ ਮੈਥੋਂ ਬਾਰ-ਬਾਰ ਨਜ਼ਰਾਂ ਚੁਰਾ ਰਿਹਾ ਸੀ। ਮੈਨੂੰ ਕਹਿਣ ਲੱਗਿਆ ਕਿ ਇਹ ਤੇਰਾ ਵਹਿਮ ਹੈ, ਤੂੰ ਕੋਈ ਸੁਪਨਾ ਵੇਖਿਆ ਹੋਣਾ। ਪਰ ਮੈਂ ਉਸਦੀ ਕੋਈ ਗੱਲ ਮੰਨਣ ਲਈ ਤਿਆਰ ਨਹੀਂ ਸੀ। ਮੈਂ ਤਾਂ ਬਸ ਉਸ ਨਾਲ ਸ਼ਹਿਰ ਜਾਣਾ ਚਾਹੁੰਦੀ ਸੀ। ਸ਼ਾਮ ਨੂੰ ਜੇਠ ਨੇ ਪ੍ਰਦੀਪ ਨੂੰ ਕਿਹਾ, ਤੂੰ ਸ਼ਹਿਰ ਜਾਣ ਦੀ ਤਿਆਰੀ ਕਰ ਲੈ। ਮੈਂ ਤਾਂ ਸੁਣ ਕੇ ਪੂਰੀ ਖੁਸ਼ ਹੋ ਗਈ। ਪਰ ਮੇਰੀ ਖੁਸ਼ੀ ਅਗਲੇ ਹੀ ਪਲ ਗਾਇਬ ਹੋ ਗਈ ਜਦੋਂ ਜੇਠ ਨੇ ਕਿਹਾ ਕਿ ਤੇਰੀ ਪਤਨੀ ਨੇ ਇੱਥੇ ਹੀ ਰਹਿਣਾ ਹੈ ਤਾਂ ਇਸ ਲਈ ਇਸ ਨੂੰ ਘਰ ਦੇ ਨਿਯਮਾਂ ਬਾਰੇ ਦੱਸ ਦਵੀਂ। ਮੈਂ ਵਿੱਚੋਂ ਹੀ ਬੋਲ ਪਈ ਕਿ ਮੈਂ ਵੀ ਪ੍ਰਦੀਪ ਨਾਲ ਸ਼ਹਿਰ ਜਾਣਾ ਚਾਹੁੰਦੀ ਹਾਂ। ਤਾਂ ਮੇਰਾ ਜੇਠ ਕਹਿਣ ਲੱਗਿਆ ਕਿ ਤੂੰ ਹੁਣ ਇਸ ਘਰ ਦੀ ਇੱਜ਼ਤ ਹੈ। ਸਾਡੇ ਘਰ ਦੀਆਂ ਔਰਤਾਂ ਘਰ ਵਿੱਚ ਵੀ ਹੀ ਰਹਿੰਦੀਆਂ ਹਨ, ਇਸ ਤਰ੍ਹਾਂ ਸ਼ਹਿਰ ਵਿੱਚ ਨਹੀਂ ਜਾਂਦੀਆਂ। ਇਹ ਗੱਲ ਸੁਣ ਕੇ ਮੈਂ ਦੰਗ ਰਹਿ ਗਈ। ਮੈਂ ਸੋਚ ਰਹੀ ਸੀ ਕਿ ਪ੍ਰਦੀਪ ਨੇ ਮੈਨੂੰ ਪਹਿਲਾਂ ਤਾਂ ਇਹ ਸਭ ਨਹੀਂ ਦੱਸਿਆ। ਉਦੋਂ ਤਾਂ ਕਿਹਾ ਸੀ ਮੈਨੂੰ ਥੋੜ੍ਹਾ ਸਮਾਂ ਘਰ ਵਿੱਚ ਰਹਿਣਾ ਪਵੇਗਾ, ਫਿਰ ਉਹ ਮੈਨੂੰ ਸ਼ਹਿਰ ਲੈ ਜਾਵੇਗਾ। ਮੈਂ ਗੁੱਸੇ ਵਿੱਚ ਕਮਰੇ ਵਿੱਚੋਂ ਬਾਹਰ ਆ ਗਈ ਕਿਉਂਕਿ ਉਸਨੇ ਮੈਨੂੰ ਝੂਠ ਬੋਲਿਆ ਸੀ। ਕੁਝ ਸਮੇਂ ਬਾਅਦ ਪ੍ਰਦੀਪ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ ਕਿ ਤੂੰ ਕੁਝ ਸਮਾਂ ਇੱਥੇ ਰਹਿ ਲੈ, ਫਿਰ ਮੈਂ ਤੈਨੂੰ ਆਪਣੇ ਨਾਲ ਲੈ ਜਾਵਾਂਗਾ। ਪਰ ਮੈਂ ਕਿਹਾ, ਮੈਨੂੰ ਇੱਥੇ ਡਰ ਲੱਗਦਾ ਹੈ। ਤਾਂ ਉਹ ਕਹਿਣ ਲੱਗਿਆ ਕਿ ਤੂੰ ਉਹਨਾਂ ਆਵਾਜ਼ਾਂ ਵੱਲ ਧਿਆਨ ਨਾ ਦੇ, ਤੈਨੂੰ ਉਹਨਾਂ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਇਹ ਮੇਰਾ ਵਾਅਦਾ ਹੈ। ਬਸ ਤੂੰ ਰਾਤ ਨੂੰ ਆਪਣਾ ਕਮਰਾ ਅੰਦਰੋਂ ਲੌਕ ਰੱਖੀ ਤੇ ਰਾਤ ਨੂੰ ਬਾਹਰ ਨਾ ਨਿਕਲੀ। ਪ੍ਰਦੀਪ ਦੀ ਇਹ ਗੱਲ ਸੁਣ ਕੇ ਮੈਂ ਹੋਰ ਵੀ ਡਰ ਗਈ। ਮੈਂ ਕਿਹਾ, ਮੈਂ ਇਕੱਲੀ ਇਸ ਕਮਰੇ ਵਿੱਚ ਨਹੀਂ ਰਹਿ ਸਕਦੀ। ਤਾਂ ਬਹੁਤ ਸੋਚ ਕੇ ਉਸਨੇ ਕਿਹਾ ਕਿ ਠੀਕ ਹੈ, ਮੈਂ ਇੱਕ ਨੌਕਰਾਣੀ ਰਖਵਾ ਦਿੰਦਾ ਹਾਂ ਜੋ ਤੇਰੇ ਨਾਲ ਤੇਰੇ ਕਮਰੇ ਵਿੱਚ ਰਹੇਗੀ। ਬਸ ਤੂੰ ਵੱਡੇ ਭਰਾ ਨੂੰ ਸ਼ਿਕਾਇਤ ਦਾ ਇੱਕ ਵੀ ਮੌਕਾ ਨਾ ਦੇਵੀਂ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਹੋਰ ਕਰ ਵੀ ਕੀ ਸਕਦੀ ਸੀ। ਫਿਰ ਪ੍ਰਦੀਪ ਸ਼ਹਿਰ ਚਲਿਆ ਗਿਆ ਤੇ ਮੈਂ ਇਕੱਲੀ ਰਹਿ ਗਈ। ਰਾਤ ਨੂੰ ਨੌਕਰਾਣੀ ਮੇਰੇ ਕਮਰੇ ਵਿੱਚ ਸੌਂ ਜਾਂਦੀ। ਰਾਤ ਨੂੰ ਉਸੇ ਤਰ੍ਹਾਂ ਚੀਕਾਂ ਦੀ ਆਵਾਜ਼ ਨਾਲ ਮੇਰੀ ਅੱਖ ਖੁੱਲ੍ਹ ਜਾਂਦੀ। ਮੈਂ ਦੇਖਿਆ ਕਿ ਜਦੋਂ ਆਵਾਜ਼ਾਂ ਹੁੰਦੀਆਂ ਤਾਂ ਉਹ ਨੌਕਰਾਣੀ ਵੀ ਕਰਵਟਾਂ ਬਦਲਣ ਲੱਗਦੀ। ਮੈਂ ਉਸ ਨੂੰ ਪੁੱਛਿਆ ਕਿ ਆਵਾਜ਼ਾਂ ਤੈਨੂੰ ਵੀ ਸੁਣਾਈ ਦਿੰਦੀਆਂ ਹਨ? ਤਾਂ ਮੇਰੀ ਗੱਲ ਸੁਣ ਕੇ ਉਹ ਘਬਰਾ ਗਈ ਤੇ ਕਹਿਣ ਲੱਗੀ ਕਿ ਇਸ ਦਾ ਜ਼ਿਕਰ ਕਿਸੇ ਕੋਲ ਨਾ ਕਰਨਾ, ਨਹੀਂ ਤਾਂ ਬਹੁਤ ਬੁਰਾ ਹੋਵੇਗਾ। ਉਸ ਦੀ ਇਹ ਗੱਲ ਸੁਣ ਕੇ ਪੱਕਾ ਯਕੀਨ ਹੋ ਗਿਆ ਕਿ ਕੋਈ ਤਾਂ ਮਾਜਰਾ ਜ਼ਰੂਰ ਹੈ ਜੋ ਹੁਣ ਮੈਂ ਪਤਾ ਕਰਨਾ ਚਾਹੁੰਦੀ ਸੀ। ਜਦੋਂ ਰਾਤ ਨੂੰ ਆਵਾਜ਼ਾਂ ਆਉਣ ਲੱਗੀਆਂ ਤਾਂ ਮੈਂ ਦੱਬੇ ਪੈਰੀਂ ਆਪਣੇ ਕਮਰੇ ਵਿੱਚੋਂ ਬਾਹਰ ਆ ਗਈ ਤੇ ਜਿਸ ਪਾਸੇ ਤੋਂ ਆਵਾਜ਼ਾਂ ਆ ਰਹੀਆਂ ਸਨ ਮੈਂ ਉਸ ਪਾਸੇ ਵੱਲ ਗਈ। ਸਾਹਮਣੇ ਕਮਰਾ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਇਹ ਕਮਰਾ ਤਾਂ ਮੇਰੇ ਜੇਠ ਦਾ ਸੀ ਜਿਸ ਵਿੱਚੋਂ ਆਵਾਜ਼ਾਂ ਆ ਰਹੀਆਂ ਸਨ। ਮੇਰੇ ਚਿਹਰੇ ਦਾ ਰੰਗ ਉੱਡ ਗਿਆ। ਮੈਂ ਵਾਪਸ ਆਪਣੇ ਕਮਰੇ ਵਿੱਚ ਆ ਗਈ।
ਅਜਿਹਾ ਕਿਵੇਂ ਹੋ ਸਕਦਾ ਸੀ? ਮੇਰੀ ਜੇਠਾਣੀ ਮਰੇ ਨੂੰ ਤਾਂ ਕਾਫੀ ਸਮਾਂ ਹੋ ਗਿਆ ਸੀ। ਮੈਂ ਆਪਣੇ ਜੇਠ ਬਾਰੇ ਕੁਝ ਗਲਤ ਨਹੀਂ ਸੋਚਣਾ ਚਾਹੁੰਦੀ ਸੀ। ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਸੀ। ਉਹਨਾਂ ਦੇ ਪਿੰਡ ਵਿੱਚ ਵੀ ਬਹੁਤ ਇੱਜ਼ਤ ਸੀ। ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ। ਸਵੇਰੇ ਉੱਠੀ ਤਾਂ ਮੇਰਾ ਜੇਠ ਕਹਿਣ ਲੱਗਿਆ ਕਿ ਕੀ ਹੋਇਆ, ਪ੍ਰਦੀਪ ਨਾਲ ਗੱਲ ਨਹੀਂ ਹੋਈ ਜੋ ਇਹ ਹਾਲ ਬਣਾ ਰੱਖਿਆ ਹੈ। ਪਰ ਮੈਂ ਉਹਨਾਂ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ, ਕਿਉਂਕਿ ਮੈਂ ਉਹਨਾਂ ਦੀ ਸ਼ਕਲ ਵੀ ਨਹੀਂ ਦੇਖਣਾ ਚਾਹੁੰਦੀ ਸੀ। ਉਹ ਕਿਸ ਤਰ੍ਹਾਂ ਦਾ ਦੋਗਲਾ ਇਨਸਾਨ ਸੀ, ਦਿਨ ਵਿੱਚ ਕਿੰਨਾ ਰਹਿਮਦਿਲ ਬਣਦਾ ਅਤੇ ਰਾਤ ਨੂੰ। ਇਹ ਸਭ ਸੋਚ ਕੇ ਮੇਰਾ ਸਰੀਰ ਕੰਬ ਜਾਂਦਾ। ਪਰ ਮੈਂ ਸੋਚ ਲਿਆ ਸੀ ਕਿ ਮੈਂ ਉਸ ਦਾ ਪਰਦਾ ਫਾਸ਼ ਕਰਕੇ ਰਹਾਂਗੀ। ਪਰ ਮੈਂ ਨਹੀਂ ਜਾਣਦੀ ਸੀ ਕਿ ਮੈਂ ਆਪਣੇ ਲਈ ਕਿੰਨਾ ਵੱਡਾ ਖਤਰਾ ਮੁੱਲ ਲੈਣ ਜਾ ਰਹੀ ਸੀ। ਮੈਂ ਅਗਲੇ ਦਿਨ ਇਹ ਮੌਕਾ ਦੇਖ ਕੇ ਰਾਤ ਹੋਣ ਤੋਂ ਪਹਿਲਾਂ ਹੀ ਜੇਠ ਦੇ ਕਮਰੇ ਵਿੱਚ ਲੁਕ ਗਈ ਅਤੇ ਨੌਕਰਾਣੀ ਨੂੰ ਤਬੀਅਤ ਖਰਾਬ ਹੋਣ ਦਾ ਬਹਾਨਾ ਕਰਕੇ ਆਪਣੇ ਕਮਰੇ ਵਿੱਚ ਸੌਣ ਤੋਂ ਮਨ੍ਹਾ ਕਰ ਦਿੱਤਾ, ਤਾਂ ਕਿ ਉਸਨੂੰ ਮੇਰੇ ਕਮਰੇ ਵਿੱਚ ਨਾ ਹੋਣ ਬਾਰੇ ਪਤਾ ਨਾ ਚੱਲੇ। ਮੈਂ ਆਪਣੇ ਪਤੀ ਨੂੰ ਇਸ ਬਾਰੇ ਦੱਸਣਾ ਚਾਹੁੰਦੀ ਸੀ, ਪਰ ਉਸ ਨਾਲ ਕੁਝ ਦਿਨਾਂ ਤੋਂ ਗੱਲ ਹੀ ਨਹੀਂ ਹੋ ਪਾ ਰਹੀ ਸੀ। ਮੈਂ ਆਪਣੇ ਜੇਠ ਦੇ ਕਮਰੇ ਵਿੱਚ ਛੁਪੀ ਬੈਠੀ ਸੀ। ਕਰੀਬ 12 ਕੁ ਵਜੇ ਮੇਰਾ ਜੇਠ ਕਮਰੇ ਵਿੱਚ ਆਇਆ। ਉਹ ਬੈਠ ਕੇ ਸ਼ਰਾਬ ਪੀਣ ਲੱਗਿਆ। ਮੈਂ ਆਪਣੇ ਫ਼ੋਨ ਦਾ ਕੈਮਰਾ ਚਲਾ ਲਿਆ। ਕੁਝ ਸਮੇਂ ਬਾਅਦ ਉੱਥੇ 17 ਕੁ ਸਾਲ ਦੀ ਮਾਸੂਮ ਕੁੜੀ ਨੂੰ ਲਿਆਂਦਾ ਗਿਆ, ਜੋ ਕਿ ਚੀਖ ਰਹੀ ਸੀ ਕਿ ਮੈਨੂੰ ਛੱਡ ਦਿਓ, ਮੈਂ ਆਪਣੇ ਘਰ ਜਾਣਾ ਹੈ। ਪਰ ਉਹ ਨੌਕਰ ਉਸ ਕੁੜੀ ਨੂੰ ਧੱਕਾ ਦੇ ਕੇ ਕਮਰੇ ਵਿੱਚ ਸੁੱਟ ਗਿਆ। ਮੇਰਾ ਜੇਠ ਬੈਠਾ ਉਸਦੀ ਬੇਬਸੀ ਦਾ ਤਮਾਸ਼ਾ ਦੇਖ ਰਿਹਾ ਸੀ। ਉਹ ਕੁੜੀ ਬਹੁਤ ਜ਼ਿਆਦਾ ਰੋ ਰਹੀ ਸੀ। ਮੈਂ ਬਚਾਅ ਲਈ ਮਦਦ ਮੰਗ ਰਹੀ ਸੀ, ਪਰ ਉੱਥੋਂ ਦੇ ਲੋਕ ਇਸ ਜ਼ੁਲਮ 'ਤੇ ਖਾਮੋਸ਼ ਸਨ। ਉਹ ਕੁੜੀ ਮੇਰੇ ਜੇਠ ਸਾਹਮਣੇ ਹੱਥ ਜੋੜ ਰਹੀ ਸੀ ਕਿ ਮੈਨੂੰ ਛੱਡ ਦਿਓ, ਪਰ ਮੇਰੇ ਜੇਠ ਨੇ ਉਸ ਕੁੜੀ 'ਤੇ ਕੋਈ ਰਹਿਮ ਨਹੀਂ ਕੀਤਾ। ਉਸਨੂੰ ਧੱਕੇ ਨਾਲ ਸ਼ਰਾਬ ਪਿਆ ਦਿੱਤੀ ਅਤੇ ਫਿਰ ਉਸ ਨਾਲ ਗਲਤ। ਮੈਂ ਇਹ ਸਭ ਕੈਮਰੇ ਵਿੱਚ ਰਿਕਾਰਡ ਕਰ ਲਿਆ। ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਮੇਰਾ ਜੇਠ ਇੰਨਾ ਘਟੀਆ ਕੰਮ ਕਰ ਸਕਦਾ ਸੀ। ਮੈਂ ਉਸੇ ਕਮਰੇ ਵਿੱਚ ਹੀ ਛੁਪੀ ਬੈਠੀ ਸੀ। ਮੈਨੂੰ ਬਹੁਤ ਡਰ ਵੀ ਲੱਗ ਰਿਹਾ ਸੀ। ਫਿਰ ਮੇਰੇ ਜੇਠ ਦੇ ਫ਼ੋਨ ਦੀ ਘੰਟੀ ਵੱਜੀ ਤਾਂ ਗੱਲਾਂ ਤੋਂ ਪਤਾ ਚੱਲਿਆ ਕਿ ਉਹ ਪ੍ਰਦੀਪ ਦਾ ਫ਼ੋਨ ਸੀ। ਪਰ ਜਦੋਂ ਮੈਂ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਕਿਉਂਕਿ ਮੇਰਾ ਜੇਠ ਪ੍ਰਦੀਪ ਨਾਲ ਵੀ ਇਸ ਘਟੀਆ ਕੰਮ ਦੀਆਂ ਗੱਲਾਂ ਕਰ ਰਿਹਾ ਸੀ। ਇਸ ਦਾ ਮਤਲਬ ਤਾਂ ਸਾਫ਼ ਸੀ ਕਿ ਪ੍ਰਦੀਪ ਵੀ ਇਸ ਕੰਮ ਵਿੱਚ ਮੇਰੇ ਜੇਠ ਦਾ ਸਾਥ ਦੇ ਰਿਹਾ ਸੀ। ਮੇਰਾ ਜੇਠ ਗੱਲ ਕਰਦਾ ਕਰਦਾ ਕਮਰੇ ਵਿੱਚੋਂ ਬਾਹਰ ਨਿਕਲ ਗਿਆ ਤਾਂ ਮੈਂ ਵੀ ਮੌਕਾ ਦੇਖ ਕੇ ਆਪਣੇ ਕਮਰੇ ਵਿੱਚ ਪਹੁੰਚ ਗਈ। ਹੁਣ ਮੈਂ ਸਵੇਰ ਹੋਣ ਦਾ ਇੰਤਜ਼ਾਰ ਕਰ ਰਹੀ ਸੀ। ਸਵੇਰ ਹੁੰਦੇ ਹੀ ਮੈਂ ਮੰਦਰ ਜਾਣ ਦੇ ਬਹਾਨੇ ਘਰੋਂ ਬਾਹਰ ਆ ਗਈ। ਹਾਲਾਂਕਿ ਜੇਠ ਨੇ ਮੇਰੇ ਨਾਲ ਉਹ ਨੌਕਰਾਣੀ ਵੀ ਭੇਜੀ ਸੀ, ਪਰ ਮੈਂ ਮੰਦਰ ਪਹੁੰਚਦੇ ਹੀ ਅੱਖ ਬਚਾ ਕੇ ਉੱਥੋਂ ਭੱਜ ਆਈ ਅਤੇ ਸਿੱਧਾ ਪੁਲਿਸ ਸਟੇਸ਼ਨ ਪਹੁੰਚ ਗਈ। ਉੱਥੇ ਪੁਲਿਸ ਨੂੰ ਉਹ ਰਿਕਾਰਡਿੰਗ ਦਿਖਾਈ ਤਾਂ ਪੁਲਿਸ ਮੇਰੇ ਨਾਲ ਮੇਰੇ ਜੇਠ ਨੂੰ ਗ੍ਰਿਫਤਾਰ ਕਰਨ ਲਈ ਪਹੁੰਚ ਗਈ। ਮੇਰੇ ਜੇਠ ਦੇ ਨਾਲ ਨਾਲ ਬਾਕੀ ਸਭ ਅਤੇ ਮੇਰੇ ਪਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਕਿਉਂਕਿ ਉਹ ਲੋਕ ਇਸ ਤਰ੍ਹਾਂ ਦੀਆਂ ਕੁੜੀਆਂ ਲਿਆ ਕੇ ਉਹਨਾਂ ਨਾਲ ਗਲਤ ਕੰਮ ਕਰਕੇ ਉਹਨਾਂ ਨੂੰ ਅੱਗੇ ਵੇਚ ਦਿੰਦੇ ਸਨ। ਮੇਰਾ ਪਤੀ ਵੀ ਸ਼ਹਿਰ ਵਿੱਚ ਇਹੀ ਕੰਮ ਕਰਦਾ ਸੀ। ਮੈਂ ਵੀ ਪ੍ਰਦੀਪ ਤੋਂ ਤਲਾਕ ਲੈ ਲਿਆ ਅਤੇ ਵਾਪਸ ਆਪਣੇ ਮਾਂ-ਪਿਓ ਦੇ ਘਰ ਚਲੀ ਆਈ। ਮੈਨੂੰ ਖੁਸ਼ੀ ਸੀ ਕਿ ਮੈਂ ਬਹੁਤ ਕੁੜੀਆਂ ਦੀ ਜ਼ਿੰਦਗੀ ਬਚਾ ਲਈ ਸੀ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।